हाँ जी, बहुजन समाज के सारे ही सत्कारयोग साथियों ਨੂੰ ਰਿਸ਼ਪਾਲ ਸਿੰਘ ਗੱਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ ਜੈ ਭਾਰਤ। ਸਤਿਕਾਰਯੋਗ ਸਾਥੀਓ, ਮੈਂ ਸਾਰੇ ਹੀ ਸਾਥੀਆਂ ਦੇ ਨਾਲ ਦੋ ਵਿਸ਼ਿਆਂ ਤੇ ਗੱਲ ਕਰਨੀ ਚਾਹੁੰਦਾ। ਇੱਕ ਤਾਂ ਜਿਹੜੇ ਪੰਜਾਬ ਸਰਕਾਰ ਦੇ ਪੰਜਾਬ ਪੁਲਿਸ ਡਿਪਾਰਟਮੈਂਟ ਨੇ ਗਰੀਬ ਮਜ਼ਦੂਰਾਂ ਦੇ ਮੋਟਰਸਾਈਕਲਾਂ ਤੇ ਬਣਾਏ ਹੋਏ ਜਿਹੜੇ ਰੇੜੇ ਆ ਉਹਨਾਂ ਨੂੰ ਬੈਨ ਕਰਨ ਸੰਬੰਧੀ, ਉਹਨਾਂ ਦੀ ਫੜੋ ਫੜਾਈ ਸੰਬੰਧੀ। ਤੇ ਦੂਜਾ, ਨਵਾਂ ਸ਼ਹਿਰ ਤੋਂ ਬਹੁਜਨ ਸਮਾਜ ਪਾਰਟੀ ਦੇ ਐਮਐਲਏ ਡਾਕਟਰ ਨਛੱਤਰਪਾਲ ਜੀ ਵੱਲੋਂ ਇੱਕ ਧਰਨੇ ਦੇ ਵਿੱਚ ਜਾ ਕੇ ਸਮੂਲੀਅਤ ਕਰਨੀ ਜਾਂ ਉੱਥੋਂ ਸਨਮਾਨ ਲੈਣਾ, ਉਸ ਸਬੰਧ ਦੇ ਵਿੱਚ। ਪਹਿਲਾਂ ਮੈਂ ਡਾਕਟਰ ਨਛੱਤਰਪਾਲ ਜੀ ਵਾਲੇ ਵਿਸ਼ੇ 'ਤੇ ਗੱਲ ਕਰਨੀ ਚਾਹੁੰਦਾ ਕਿ ਬਹੁਤ ਸਾਰੇ ਜਿਹੜੇ ਵੀਰ ਆ, ਉਹ ਵੀਰਾਂ ਨੂੰ ਮੈਂ ਨਿੱਜੀ ਤੌਰ 'ਤੇ ਜਾਣਦਾ। ਵੈਸੇ ਤਾਂ ਉਹ ਮਨੂਵਾਦੀ ਪਾਰਟੀਆਂ ਦੇ ਪੂਰੇ ਹਰੀਜਨ ਤੇ ਦਰੀਜਨ ਬਣੇ ਹੋਏ ਆ। ਉਹਨਾਂ ਦਾ ਪੂਰਾ ਜਿਹੜਾ ਕਾਰੋਮਦਾਰ ਇਹੀ ਹੁੰਦਾ ਕਿ ਬਹੁਜਨ ਸਮਾਜ ਪਾਰਟੀ ਨੂੰ ਉਹਨਾਂ ਨੇ ਸੁਝਾਅ ਦੇਣੇ ਹੁੰਦੇ ਆ ਅਤੇ ਮਜ਼ਬੂਤ ਉਹਨਾਂ ਨੇ ਕਰਨਾ ਹੁੰਦਾ ਮਨੂਵਾਦੀ ਪਾਰਟੀਆਂ ਨੂੰ, ਚਾਹੇ ਉਹ ਕਾਂਗਰਸ ਹੋਵੇ, ਅਕਾਲੀ ਦਲ ਹੋਵੇ, ਭਾਰਤੀ ਜਨਤਾ ਪਾਰਟੀ ਹੋਵੇ, ਝਾੜੂ ਵਾਲੇ ਹੋਣ ਜਾਂ ਕਾਮਰੇਡ ਹੋਣ। ਉਂਝ ਸੁਝਾਅ ਉਹਨਾਂ ਨੇ ਹਮੇਸ਼ਾ ਬਹੁਜਨ ਸਮਾਜ ਪਾਰਟੀ ਨੂੰ ਦੇਣੇ ਹੁੰਦੇ ਆ। ਸਭ ਤੋਂ ਪਹਿਲੀ ਗੱਲ ਤਾਂ ਡਾਕਟਰ ਨਛੱਤਰਪਾਲ ਜੀ ਜਦੋਂ ਉਹ ਹੁਣ ਚੁਣੇ ਗਏ ਆ, ਅਤੇ ਇਹਦਾ ਮਤਲਬ ਇਹ ਨਹੀਂ ਕਿ ਉਹ SC BC ਸਮਾਜ ਦੀ ਇਕੱਲੀ ਨੁਮਾਇੰਦਗੀ ਕਰਦੇ ਆ। ਨਵਾਂ ਸ਼ਹਿਰ ਹਲਕੇ ਦੇ ਸਮੁੱਚੇ ਸਮਾਜ ਦੀ, ਚਾਹੇ ਉਹ ਜਨਰਲ ਸਮਾਜ ਆ, ਚਾਹੇ ਉਹ ਮਾਈਨੋਰਿਟੀਜ਼ ਆ, ਚਾਹੇ ਉਹ SC ਆ, ਚਾਹੇ BC ਆ, ਜਾਂ ਚਲੋ ST ਤਾਂ ਪੰਜਾਬ ਦੇ ਵਿੱਚ ਹੈ ਨਹੀਂ, ਉਹ ਸਾਰਿਆਂ ਦੀ ਨੁਮਾਇੰਦਗੀ ਕਰਦੇ ਆ। ਦੂਜੀ ਗੱਲ, ਜਿਹੜਾ ਉਹ ਧਰਨਾ ਲੱਗਿਆ ਸੀ, ਉਹ ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਪੰਜਾਬੀਆਂ ਦੇ ਨਾਲ ਫਰੇਬ ਦੇ ਨਾਲ ਸੰਬੰਧਿਤ ਸੀ। ਉਹ ਕੋਈ SC BC ਸਮਾਜ ਦੇ ਵਿਰੁੱਧ ਧਰਨਾ ਨਹੀਂ ਸੀਗਾ। ਇਸ ਚੀਜ਼ ਨੂੰ ਸਮਝੋ। ਇਹ ਤਾਂ ਹੁਣ ਤੁਸੀਂ ਬਣਾਉਂਦੇ ਹੋ। ਜਿਹੜੇ ਬੰਦੇ ਉਹਨਾਂ ਪਾਰਟੀਆਂ ਦੀ ਹੀ ਨੁਮਾਇੰਦਗੀ ਕਰਦੇ ਆ, ਉਹਨਾਂ ਪਾਰਟੀਆਂ ਨੂੰ ਹੀ ਮਜ਼ਬੂਤ ਕਰਦੇ ਆ, ਪਰ ਇੱਥੇ ਬਹੁਜਨ ਸਮਾਜ ਪਾਰਟੀ ਨੂੰ ਬਦਨਾਮ ਕਰਨਾ, ਇਸ ਕਰਕੇ ਉਹ ਇਹ ਇਸ਼ੂ ਬਣਾ ਰਹੇ ਆ। ਉਹ ਧਰਨਾ ਜਿਹੜਾ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਜਨਰਲ ਸਮਾਜ ਦੇ ਨਾਲ ਧੋਖਾ ਕੀਤਾ, ਉਸ ਸੰਬੰਧ ਦੇ ਵਿੱਚ ਸੀ, ਨਾ ਕਿ SC BC ਸਮਾਜ ਦੇ ਵਿਰੁੱਧ। ਜਦੋਂ ਕਿ ਉਹ ਤਾਂ ਸਿਰਫ ਇੱਕ ਉਦਾਹਰਨ ਦਿੰਦੇ ਆ ਵੀ ਭਾਈ, ਜੇਕਰ ਤੁਸੀਂ SC BC ਸਮਾਜ 'ਤੇ ਇਹ ਕੰਡੀਸ਼ਨ ਨਹੀਂ ਲਾਉਂਦੇ ਤਾਂ ਤੁਸੀਂ ਜਨਰਲ ਸਮਾਜ 'ਤੇ ਕਿਉਂ ਲਾਉਣੇ। ਭਾਵੇਂ ਇਹ ਗੱਲ ਜਿਹੜੀ ਇੱਕ ਵੱਖਰੀ ਗੱਲ ਆ ਕਿ ਜਨਰਲ ਸਮਾਜ ਪਹਿਲਾਂ ਬਹੁਤ ਸਾਰੀਆਂ ਸਹੂਲਤਾਂ ਇਹੋ ਜਿਹੀਆਂ ਲੈ ਰਿਹਾ ਜਿਹਦੇ ਵਿੱਚ ਉੱਤੇ ਕੋਈ ਬੰਦਿਸ਼ ਨਹੀਂ, ਅਤੇ SC BC ਸਮਾਜ 'ਤੇ ਬੰਦਿਸ਼ ਆ। ਚਾਹੇ ਉਹ ਮੋਟਰਾਂ ਦੀ ਸਬਸਿਡੀ ਲੈ ਲਓ, ਕਿਉਂਕਿ ਜਿਹੜੀਆਂ ਕਿਸਾਨਾਂ ਦੇ ਲਈ ਮੋਟਰਾਂ ਦੀ ਜਿਹੜੀ ਬਿਜਲੀ ਮੁਫਤ ਦਿੱਤੀ ਜਾਂਦੀ ਹੈ, ਉੱਤੇ ਕੋਈ ਜਿਹੜੀ ਲੋੜ ਦੀ ਬੰਦਿਸ਼ ਨਹੀਂ, ਜਦੋਂ ਕਿ SC ਸਮਾਜ ਦੇ ਅਤੇ BC ਸਮਾਜ ਦੇ ਉੱਪਰ ਲੋੜ ਦੀ ਬੰਦਿਸ਼ ਲੱਗੀ ਹੋਈ ਹੈ। ਅਤੇ ਗੱਲ ਇੱਥੇ ਮੈਂ ਇਹੀ ਕਲੀਅਰ ਕਰਨੀ ਚਾਹੁੰਦਾ ਕਿ ਉਹ ਜਿਹੜਾ ਧਰਨਾ ਸੀ, ਉਹ SC BC ਸਮਾਜ ਦੇ ਵਿਰੁੱਧ ਨਹੀਂ ਸੀ, ਉਹ ਸਰਕਾਰ ਦੀ ਉਸ ਚਾਲ ਦੇ ਵਿਰੁੱਧ ਸੀ ਜਿਹੜੀ ਕੇਜਰੀਵਾਲ ਨੇ ਪੰਜਾਬ ਦੇ ਜਨਰਲ ਸਮਾਜ ਦੇ ਲੋਕਾਂ ਦੇ ਨਾਲ ਖੇਡੀ ਆ। ਕਿਉਂਕਿ ਚੋਣਾਂ ਤੋਂ ਪਹਿਲਾਂ ਉਹਨੇ ਇਹੋ ਜਿਹੀ ਗੱਲ ਨਹੀਂ ਸੀ ਕੀਤੀ, ਪਰ ਚੋਣਾਂ ਤੋਂ ਬਾਅਦ ਜਦੋਂ ਉਹਨੇ ਇਹ ਸਹੂਲਤ ਦੇਣੀ ਚਾਹੀ ਤਾਂ ਉਦੋਂ ਉਹਨੇ ਇਹ ਗੱਲ ਕਹਿਤੀ। ਅਤੇ ਭਗਵੰਤ ਮਾਨ ਨੂੰ ਵੀ ਇਹ ਗੱਲ ਚੰਗੀ ਤਰ੍ਹਾਂ ਪਤਾ ਸੀ ਕਿ SC BC ਸਮਾਜ ਦੀ ਜਿਹੜੀ ਖਪਤ ਆ, ਉਹ 2 ਮਹੀਨਿਆਂ ਦੀ 600 ਯੂਨਿਟ ਨਹੀਂ ਹੁੰਦੀ। ਇਸ ਕਰਕੇ ਉਹਨੇ ਬੜੀ ਚੁਸਤੀ ਅਤੇ ਚਲਾਕੀ ਦੇ ਨਾਲ ਇਹ ਜਿਹੜਾ ਐਲਾਨ ਕੀਤਾ, ਬਹੁਤ ਚੁਸਤੀ ਅਤੇ ਚਲਾਕੀ ਦੇ ਨਾਲ। ਇਸ ਚੀਜ਼ ਨੂੰ ਉਹੀ ਲੋਕ ਸਮਝ ਸਕਦੇ ਆ ਜਿਨ੍ਹਾਂ ਲੋਕਾਂ ਨੇ ਸਾਹਿਬ ਸ੍ਰੀ ਕਾਂਸ਼ੀ ਰਾਮ ਸਾਹਿਬ ਜੀ ਨੂੰ ਪੜ੍ਹਿਆ, ਜਿਨ੍ਹਾਂ ਲੋਕਾਂ ਨੇ ਮਹਾਤਮਾ ਜੋਤੀਬਾ ਫੂਲੇ ਜੀ ਨੂੰ ਪੜ੍ਹਿਆ, ਜਿਨ੍ਹਾਂ ਲੋਕਾਂ ਨੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਨੂੰ ਪੜ੍ਹਿਆ। ਭਾਵ ਜਿਹੜੇ ਲੋਕ RSS ਦੀਆਂ ਚਾਲਾਂ ਨੂੰ ਸਮਝਦੇ ਆ। ਦੂਜੇ ਲੋਕਾਂ ਨੂੰ ਇਹ ਗੱਲਾਂ ਸਮਝ ਨਹੀਂ ਆਉਂਦੀਆਂ। ਇਹ ਜਾਣ ਬੁੱਝ ਕੇ ਭਗਵੰਤ ਮਾਨ ਜੀ ਨੇ ਇਹ ਗੱਲ ਕੀਤੀ ਆ। ਉਹਨਾਂ ਨੂੰ ਪਤਾ ਹੈ
ਵੀ ਐਸੀ ਸਮਾਜ ਦੇ ਤਾਂ ਘਰਾਂ ਦੇ ਵਿੱਚ ਹੁੰਦਾ ਹੀ ਕੁਛ ਨਹੀਂ, ਸਿਰਫ ਜਨਰਲ ਦੇ ਹੁੰਦਾ, ਤੇ ਤਾਂ ਉਸ ਤਰੀਕੇ ਨਾਲ ਉਹਨੇ ਗੱਲ ਕੀਤੀ ਹੈ। ਇਸ ਕਰਕੇ ਡਾਕਟਰ ਨਛੱਤਰਪਾਲ ਜੀ ਕੋਈ ਉੱਥੇ ਐਸਸੀ ਬੀਸੀ ਜਾਂ ਮਾਈਨੋਰਿਟੀ ਸਮਾਜ ਦੇ ਖਿਲਾਫ ਨਹੀਂ ਗਏ, ਉਹ ਪੰਜਾਬ ਸਰਕਾਰ ਵੱਲੋਂ ਕੀਤੀ ਹੋਈ ਵਾਅਦਾ ਖਿਲਾਫੀ ਦੇ ਉਲਟ ਉੱਥੇ ਗਏ। ਨੰਬਰ 1। ਨੰਬਰ 2 ਤੇ ਪੰਜਾਬ ਸਰਕਾਰ ਨੇ ਜਿਹੜਾ ਇੱਕ ਇਹ ਫੈਸਲਾ ਕੀਤਾ ਕਿ ਮੋਟਰਸਾਈਕਲਾਂ ਦੇ ਉੱਪਰ ਰੇਹੜੀਆਂ ਬਣਾ ਕੇ ਆਪਣੇ ਘਰਾਂ ਨੂੰ ਚਲਾ ਰਹੇ ਬੇਰੁਜ਼ਗਾਰ ਯੁਵਕ ਆਪਣਾ ਰੁਜ਼ਗਾਰ ਉਹਨਾਂ ਨੇ ਪੈਦਾ ਕੀਤਾ, ਉਹਨਾਂ ਨੂੰ ਬੈਨ ਕਰਨ ਸੰਬੰਧੀ ਜਾਂ ਉਹਨਾਂ ਨੂੰ ਫੜਨ ਸੰਬੰਧੀ। ਬਈ ਦੇਖੋ ਵੀਰੋ, ਅਸੀਂ ਸ਼ੁਰੂ ਤੋਂ ਕਹਿ ਰਹੇ ਹਾਂ ਕਿ ਅਰਵਿੰਦ ਕੇਜਰੀਵਾਲ ਜੀ ਇਹ ਗੱਲ ਖੁਦ ਕਹਿੰਦੇ ਸੀ ਕਿ ਮੈਂ ਬਣੀਆਂ ਹੂੰ, ਵਪਾਰ ਕਰਨਾ ਜਾਣਤਾ ਹੂੰ, ਅੱਛੀ ਤਰ੍ਹਾਂ ਕਰਨਾ ਜਾਣਤਾ ਹੂੰ। ਤੇ ਇਹ ਗੱਲ ਵੀ ਸਿੱਧ ਹੋ ਚੁੱਕੀ ਆ ਕਿ ਮਾਨਯੋਗ ਭਗਵੰਤ ਮਾਨ ਜੀ ਉਹਨਾਂ ਦੀ ਕਠਪੁਤਲੀ ਬਣ ਕੇ ਕੰਮ ਕਰ ਰਹੇ ਆ। ਜੇਕਰ ਕਠਪੁਤਲੀ ਬਣ ਕੇ ਕੰਮ ਨਾ ਕੀਤਾ ਹੁੰਦਾ ਤਾਂ ਪੰਜਾਬ ਦੇ ਵਿੱਚੋਂ ਰਿਜ਼ਰਵ ਬੈਂਕ ਆਫ ਇੰਡੀਆ ਤੋਂ ਕਰਜ਼ਾ ਲੈ ਕੇ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਟੇਢੇ ਢੰਗ ਦੇ ਨਾਲ ਜਿਹੜੇ ਕਰੋੜਾਂ ਰੁਪਏ ਦੇ ਜਿਹੜੇ ਇਸ਼ਤਿਹਾਰ ਨਾ ਦਿੱਤੇ ਜਾਂਦੇ ਦੂਜੀਆਂ ਬਾਹਰਲੀਆਂ ਸਟੇਟਾਂ ਨੂੰ, ਜਾਂ ਅਰਵਿੰਦ ਕੇਜਰੀਵਾਲ ਨੂੰ ਸੁਰੱਖਿਆ ਮੁਹੱਈਆ ਨਾ ਕਰਵਾਈ ਜਾਂਦੀ ਪੰਜਾਬ ਦੇ ਵਿੱਚੋਂ, ਜਾਂ ਪੰਜਾਬ ਦੀ ਪੁਲਿਸ ਦੁਆਰਾ ਵਿਰੋਧੀ ਪਾਰਟੀਆਂ ਦੇ ਬੰਦਿਆਂ ਉੱਤੇ ਪਰਚੇ ਨਾ ਦਰਜ ਕਰਵਾਏ ਜਾਂਦੇ। ਇੱਥੋਂ ਸਿੱਧ ਹੁੰਦਾ ਹੈ ਕਿ ਭਗਵੰਤ ਮਾਨ ਜੀ ਉਹਨਾਂ ਦੀ ਕਠਪੁਤਲੀ ਬਣ ਕੇ ਕੰਮ ਕਰ ਰਹੇ ਆ, ਇਹ 'ਚ ਕੋਈ ਦੋ ਰਾਇਆ ਨਹੀਂ। ਉਸ ਸਬੰਧ ਦੇ ਵਿੱਚ ਜੋ ਵੀ ਸਾਨੂੰ ਕੋਈ ਭੁਗਤਣਾ ਪਊਗਾ ਉਹਦੇ ਲਈ ਅਸੀਂ ਤਿਆਰ ਆ 100%। ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਹਰ ਆਪਣੇ ਫੈਸਲੇ ਤੋਂ ਭੱਜੇ ਆ। ਇਹ ਕਹਿੰਦੇ ਸੀ ਅਸੀਂ ਜਿਹੜੀ ਹੈਗੀ ਆ VIP ਕਲਚਰ ਖਤਮ ਕਰਾਂਗੇ, ਤੇ ਜਦੋਂ ਕਿ ਇਹਨਾਂ ਦੇ ਜਿਹੜਾ ਰਾਘਵ ਚੱਡਾ ਉਹਦੀ ਦੇਖੋ ਸਿਕਿਉਰਿਟੀ ਕਿੰਨੀ ਹੈ, ਉਹ ਮੇਰੇ ਖਿਆਲ ਦੇ ਵਿੱਚੋਂ CM ਤੋਂ ਵੀ ਵੱਡੀ ਸਿਕਿਉਰਿਟੀ ਹੈ। ਭਗਵੰਤ ਮਾਨ ਜੀ ਦੀ ਸਿਕਿਉਰਿਟੀ ਦੇਖ ਲਓ, ਇਹਨਾਂ ਦੇ MLAਆਂ ਦੀ ਸਿਕਿਉਰਿਟੀ ਦੇਖ ਲਓ, ਮੰਤਰੀਆਂ ਦੀ ਸਿਕਿਉਰਿਟੀ ਦੇਖ ਲਓ, ਉਵੇਂ ਹੀ ਅਰਵਿੰਦ ਕੇਜਰੀਵਾਲ ਦੀ ਸਿਕਿਉਰਿਟੀ ਦੇਖ ਲਓ, ਹੈ ਨਾ। ਇਹ ਗੱਲਾਂ ਵੱਖਰੀਆਂ। ਅਸੀਂ ਪਹਿਲਾਂ ਤੋਂ ਕਹਿ ਰਹੇ ਸੀ ਕਿ ਅਰਵਿੰਦ ਕੇਜਰੀਵਾਲ ਬਹੁਤ ਹੀ ਸ਼ਾਤਰ ਦਿਮਾਗ ਵਿਅਕਤੀ ਹੈ। ਉਹ ਹਰ ਗੱਲ ਨੂੰ ਬਹੁਤ ਵੱਡੀ ਸੱਚਾਈ ਦੇ ਨਾਲ ਝੂਠ ਬੋਲਦਾ, ਔਰ ਉਹ ਝੂਠ ਇੰਨੀ ਸੱਚਾਈ ਨਾਲ ਬੋਲਦਾ ਕਿ ਜਨਤਾ ਦੇ ਵਿੱਚ ਉਹ ਪ੍ਰਵਾਨਿਤ ਹੁੰਦਾ, ਤੇ ਕੋਈ ਵੀ ਵਿਰੋਧੀ ਪਾਰਟੀ, ਵਿਰੋਧੀ ਧਿਰ ਉਹ 'ਤੇ ਸਵਾਲ ਨਹੀਂ ਚੁੱਕਦੀ, ਉਹਨੂੰ ਪੂਰਾ ਇਮਾਨਦਾਰ ਬਣਾ ਦਿੰਦੀ ਹੈ ਵੀ ਇਹਦਾ ਪੂਰਾ ਇਮਾਨਦਾਰ। ਕੋਈ ਵੀ ਵਿਰੋਧੀ ਪਾਰਟੀ ਕੋਈ ਮਰਜ਼ੀ ਹੋਵੇ, ਮੈਂ ਬਹੁਜਨ ਸਮਾਜ ਪਾਰਟੀ ਦੀ ਗੱਲ ਨਹੀਂ ਕਰਦਾ, ਬਹੁਜਨ ਸਮਾਜ ਪਾਰਟੀ ਵਾਲੇ ਤਾਂ ਪੂਰੀ ਤਰ੍ਹਾਂ ਵੈਸੇ ਹੀ ਸ਼ਾਂਤ ਬੈਠੇ ਆ, ਕਿਉਂਕਿ ਉਹ ਸ਼ਾਂਤੀ ਪ੍ਰਿਆ ਲੋਕ ਨਹੀਂ ਹੈਗੇ। ਉਹ ਸਲੋ ਐਂਡ ਸਟੱਡੀ ਵਿਨਸ ਦਾ ਰੇਸ ਦੇ ਵਿੱਚ ਵਿਸ਼ਵਾਸ ਰੱਖਦੇ ਆ, ਸਹਿਜ ਪੱਕੇ ਸੋ ਮਿੱਠਾ ਹੋਏ। ਫਿਰ ਬਾਅਦ 'ਚ ਕਹਿੰਦੇ ਆ ਵੀ ਸਾਡੀ ਸਰਕਾਰ ਨਹੀਂ ਬਣੀ, ਉਹ ਗੱਲ ਵੱਖਰੀ ਆ। ਕੋਈ ਵੀ ਪਾਰਟੀ ਇਹਨਾਂ ਦੇ ਝੂਠ ਨੂੰ ਨੰਗਾ ਨਹੀਂ ਕਰਦੀ ਵੀ ਇਹ ਆਹ ਕੁਝ ਕਰ ਰਹੇ ਆ, ਵੀ ਹਰ ਗੱਲ 'ਚ ਝੂਠ। ਪਰ ਹੁਣ ਜਦੋਂ ਉਹਨਾਂ ਨੇ ਕਰਤੀ ਤਾਂ ਹੁਣ ਇਹ ਜਿਹੜੇ ਮੋਟਰਸਾਈਕਲ ਵਾਲੇ ਬੜੀਆਂ ਚੀਕਾਂ ਮਾਰਦੇ ਆ, ਹੈ ਨਾ, ਬੜਾ ਕੁਛ ਕਰਦੇ ਆ। ਇੱਕ ਕਹਿੰਦਾ ਮੈਂ ਤਾਂ 2000 ਦੇ ਪਟਾਕੇ ਹੀ ਚਲਾਤੇ ਸੀ ਖੁਸ਼ੀ ਦੇ ਵਿੱਚ। ਤੇ ਬਈ ਹੁਣ ਜਦੋਂ ਤੈਂ 2000 ਦੇ ਪਟਾਕੇ ਚਲਾਤੇ ਜਾਂ ਤੁਸੀਂ ਭੱਜ ਕੇ ਵੋਟਾਂ ਪਾਈਆਂ, ਤੇ ਹੁਣ ਉਹਦਾ ਨੁਕਸਾਨ ਅਸੀਂ ਥੋੜ੍ਹੀ ਝੱਲਣਾ, ਵੀ ਨੁਕਸਾਨ ਤਾਂ ਤੁਸੀਂ ਝੱਲੋਗੇ। ਤੇ ਭਾਈ ਝੱਲੋ। ਹੁਣ ਕਿਉਂ ਚੀਕਾਂ ਮਾਰਦੇ ਹੋ? ਜਦੋਂ ਤੁਹਾਡਾ ਵੇਲਾ ਹੁੰਦਾ ਹੈ ਆਪਣੇ ਆਪ ਨੂੰ ਸੁਧਾਰਨ ਦਾ, ਸਮਾਜ ਨੂੰ ਸੁਧਾਰਨ ਦਾ, ਜਾਂ ਸਮਾਜ ਦੇ ਹਿੱਤ ਵਿੱਚ ਫੈਸਲੇ ਲੈਣ ਵਾਲੀਆਂ ਸ਼ਕਤੀਆਂ ਚੁਣਨ ਦਾ, ਉਦੋਂ ਤਾਂ ਤੁਹਾਨੂੰ ਅਜਿਹੇ ਨਕਲੀ ਲੋਕ ਆਪਣੀ ਹਮਦਰਦੀ ਦਿਸ ਪੈਂਦੇ ਆ। ਜਦੋਂ ਤੁਹਾਡੇ 'ਤੇ ਕੁਝ ਪੈਂਦਾ ਹੈ ਜਾਂ ਤੁਹਾਡੇ 'ਤੇ ਕੋਈ ਗੱਲਬਾਤ ਹੁੰਦੀ ਆ, ਉਦੋਂ ਫਿਰ ਚੀਕਾਂ ਮਾਰਨ ਲੱਗ ਜਾਂਦੇ ਆ, ਦੁਹਾਈਆਂ ਦੇਣ ਲੱਗ ਜਾਂਦੇ ਆ ਆਪਦੀ ਗਰੀਬੀ ਦੀਆਂ, ਆਪਦੀ ਜਾਤੀ ਦੀਆਂ, ਆਪਦੇ ਕੰਮਾਂ ਦੀਆਂ। ਬਈ ਸਤਿਕਾਰਯੋਗ ਦੋਸਤੋ, ਜਦੋਂ ਫਿਰ ਪੈ ਗਈ ਤੇ ਫਿਰ ਭੱਜਣਾ ਕਿਉਂ? ਇਹ ਤਾਂ ਸਾਡੀ ਕੌਮ ਦੇ DNA ਦੇ ਵਿੱਚ ਆ ਵੀ ਜਦੋਂ ਸਾਡੇ 'ਤੇ ਵਕਤ ਪੈ ਗਿਆ ਉਦੋਂ ਅਸੀਂ ਭੱਜਦੇ ਨਹੀਂ, ਅਸੀਂ ਘਬਰਾਉਂਦੇ ਨਹੀਂ, ਅਸੀਂ ਕਿਸੇ ਗੱਲ ਦਾ ਗਿਲਾ ਨਹੀਂ ਕਰਦੇ। ਸੋ ਦੋਸਤੋ, ਹਜੇ ਤੁਹਾਡੇ 'ਤੇ ਇਹ ਇੱਕ ਟ੍ਰੇਲਰ ਆ, ਇਸ ਟ੍ਰੇਲਰ 'ਤੇ ਹੀ ਨਾ ਚੀਕਾਂ ਮਾਰੋ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਹੁਤ ਕੁਝ ਹੋਣਾ ਤੁਹਾਡੇ ਨਾਲ, ਤੇ ਦੇਖਦੇ ਜਾਓ ਕੀ ਹੁੰਦਾ। ਤਾਂ ਅਸੀਂ ਤਾਂ ਤੁਹਾਨੂੰ ਇਹੀ ਕਹਾਂਗੇ ਵੀ ਹਜੇ ਵੀ ਮੌਕਾ ਹੈ, ਹਜੇ ਵੀ ਸੰਭਲ ਜੋ। ਭਾਈ ਵੀਰ ਸਿੰਘ ਦੀਆਂ ਲਾਈਨਾਂ ਹੈ
ਵੀ ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇਂ ਖਸਕਾਈ ਕੰਨੀ, ਉਹ ਅਜੇ ਸੰਭਾਲੇ ਸਮੇਂ ਨੂੰ ਕਰ ਸਪਲੋ ਡਾਂਦਾ ਜਾਮਦਾ, ਇਹ ਠਹਿਰਨ ਜਾਂਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਜਿਹੜਾ ਸਮਾਂ ਲੰਘ ਗਿਆ ਉਹ ਮੁੜ ਕੇ ਆਉਣਾ ਨਹੀਂ, ਪਰ ਜੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਸੁਧਰ ਜਾਓ ਤਾਂ ਤੁਹਾਡੀ ਜ਼ਿੰਦਗੀ ਹੈ ਜਿਹੜੀ ਉਹ ਬਿਹਤਰ ਬਣ ਸਕਦੀ ਹੈ। ਤੁਸੀਂ ਵੀ ਜ਼ਮੀਨਾਂ ਦੇ ਮਾਲਕ ਬਣ ਸਕਦੇ ਹੋ, ਤੁਹਾਡੇ ਬੱਚੇ ਵੀ ਅਫਸਰ ਬਣ ਸਕਦੇ ਆ, ਤੁਹਾਡੇ ਬੱਚੇ ਵੀ ਡਾਕਟਰ ਬਣ ਸਕਦੇ, ਇੰਜੀਨੀਅਰ ਬਣ ਸਕਦੇ ਆ, ਸਾਇੰਟਿਸਟ ਬਣ ਸਕਦੇ ਆ, ਵੱਡੇ ਵਪਾਰੀ ਬਣ ਸਕਦੇ ਆ। ਤੁਸੀਂ ਵੀ ਜ਼ਮੀਨਾਂ ਦੇ ਮਾਲਕ ਬਣ ਸਕਦੇ ਹੋ ਤੇ ਉਹ ਜ਼ਮੀਨਾਂ ਇਹ ਸਾਰੇ ਕਾਸੇ ਦੇ ਵਿੱਚ ਤੁਸੀਂ ਤਾਂ ਜਾ ਸਕਦੇ ਹੋ ਜੇਕਰ ਤੁਸੀਂ ਆਪਣੇ ਸਮਾਜ ਦੀ, ਆਪਣੀ ਖੁਦ ਦੀ ਪਾਰਟੀ ਨੂੰ ਸੱਤਾ ਦੇ ਵਿੱਚ ਲੈ ਕੇ ਆਓਗੇ। ਜੇਕਰ ਤੁਸੀਂ ਬਗਾਨਿਆਂ ਦੇ ਕੋਲੋਂ ਇਹਨਾਂ ਗੱਲਾਂ ਦੇ ਸੁਪਨੇ ਲਓਗੇ ਤਾਂ ਤੁਹਾਡੀਆਂ ਪੂਰੀਆਂ ਨਹੀਂ ਹੋਣੀਆਂ। ਤਾਂ ਇਸੇ ਤਰੀਕੇ ਦੇ ਨਾਲ ਤੁਸੀਂ ਚੀਕਾਂ ਮਾਰ ਸਕਦੇ ਹੋ, ਜਿਵੇਂ ਹੁਣ ਆਪਾਂ 5 ਸਾਲ ਚੀਕਾਂ ਮਾਰਨੀਆਂ ਤੇ 70 ਸਾਲ ਤੋਂ ਆਪਾਂ 75 ਸਾਲ ਤੋਂ ਚੀਕਾਂ ਮਾਰਦੇ ਆਏ ਹਾਂ। ਇਹਨਾਂ ਬੇਨਤੀਆਂ ਨਾਲ ਤੁਹਾਡੇ ਤੋਂ ਰਜਾ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ।